1500 ਈਸਾ ਪੂਰਵ ਵਿੱਚ ਆਰੀਅਨ ਲੋਕ ਭਾਰਤ ਆਏ। 1200 ਤੋਂ ਲੈ ਕੇ 800 ਈਸਾ ਪੂਰਵ ਤੱਕ ਉਹ ਗੰਗਾ ਦੇ ਇਲਾਕੇ ਤੱਕ ਫੈਲ ਗਏ ਸਨ। 563 ਈਸਾ ਪੂਰਵ ਤੋਂ ਲੈ ਕੇ 483 ਈਸਾ ਪੂਰਵ ਤੱਕ ਗੌਤਮ ਬੁੱਧਾ ਦਾ ਜੀਵਨ ਕਾਲ ਸੀ। 540 ਤੋਂ ਲੈ ਕੇ 468 ਈਸਾ ਪੂਰਵ ਤੱਕ ਮਹਾਬੀਰ ਦਾ ਜੀਵਨ ਕਾਲ ਸੀ। 542 ਤੋਂ ਲੈ ਕੇ 493 ਤੱਕ ਬਿੰਬੀਸਰ ਨੇ ਮਗਧ ਉੱਤੇ ਰਾਜ ਕੀਤਾ। 493 ਤੋਂ ਲੈ ਕੇ 461 ਈਸਾ ਪੂਰਵ ਤੱਕ ਅਜਾਤ ਸ਼ਤਰੂ ਨੇ ਮਗਧ ਉੱਤੇ ਰਾਜ ਕੀਤਾ। 413 ਤੋਂ ਲੈ ਕੇ 362 ਈਸਾ ਪੂਰਵ ਤੱਕ ਸ਼ਿਸ਼ੂਨਾਗ ਡਾਇਨੈਸਟੀ ਨੇ ਰਾਜ ਕੀਤਾ। 362 ਤੋਂ ਲੈ ਕੇ 321 ਈਸਾ ਪੂਰਵ ਤੱਕ ਨਾਲੰਦਾ ਡਾਇਨੈਸਟੀ ਨੇ ਰਾਜ ਕੀਤਾ। 327 ਤੋਂ ਲੈ ਕੇ 326 ਈਸਾ ਪੂਰਵ ਦੇ ਦਰਮਿਆਨ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ। 321 ਈਸਾ ਪੂਰਵ ਵਿੱਚ ਚੰਦਰਗੁਪਤ ਮੌਰੀਆ ਨੇ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ। 315 ਵਿੱਚ ਮੈਕਸਥਨੀਸ ਭਾਰਤ ਆਇਆ। 268 ਤੋਂ ਲੈ ਕੇ 232 ਈਸਾ ਪੂਰਵ ਤੱਕ ਅਸ਼ੋਕ ਦਾ ਰਾਜ ਸੀ। 78 ਈਸਵੀ ਵਿੱਚ ਕਨਿਸ਼ਕ ਰਾਜਗੱਦੀ ਤੇ ਬੈਠਾ। ਤੀਸਰੀ ਸਦੀ ਵਿੱਚ ਕੁਸ਼ਾਣ ਵੰਸ਼ ਦਾ ਅੰਤ ਹੋ ਗਿਆ। 319 ਤੋਂ ਲੈ ਕੇ 320 ਈਸਵੀ ਤੱਕ ਚੰਦਰਗੁਪਤ ਮੌਰੀਆ ਨੇ ਰਾਜ ਕੀਤਾ। 404 ਤੋਂ ਲੈ ਕੇ 411 ਤੱਕ ਫਾਹੀਆਨ ਭਾਰਤ ਆਇਆ। 606 ਤੋਂ ਲੈ ਕੇ 647 ਤੱਕ ਹਰਸ਼ਵਰਧਨ ਨੇ ਭਾਰਤ ਉੱਤੇ ਰਾਜ ਕੀਤਾ। 630 ਤੋਂ ਲੈ ਕੇ 643 ਤੱਕ ਹਿਊਨ-ਸਾਂਗ ਨੇ ਭਾਰਤ ਦੀ ਯਾਤਰਾ ਕੀਤੀ। 1000 ਈਸਵੀ ਤੋਂ ਲੈ ਕੇ 1027 ਤੱਕ ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕੀਤੇ। 1191 ਈਸਾ ਵਿੱਚ ਤਰਾਇਣ ਦਾ ਪਹਿਲਾ ਯੁੱਧ ਹੋਇਆ, ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾ ਦਿੱਤਾ ਸੀ। 1192 ਈਸਵੀ ਵਿੱਚ ਦੂਸਰਾ ਤਰਾਇਣ ਦਾ ਯੁੱਧ ਹੋਇਆ, ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਮੁਹੰਮਦ ਗੌਰੀ ਨੇ ਬੁਰੀ ਤਰ੍ਹਾਂ ਹਰਾ ਕੇ ਗੁਲਾਮ ਵੰਸ਼ ਦੀ ਸਥਾਪਨਾ ਕੀਤੀ। 1206 ਈਸਵੀ ਵਿੱਚ ਕੁਤਬ-ਉਦ-ਦੀਨ ਐਬਕ ਨੇ ਗੁਲਾਮ ਵੰਸ਼ ਦੀ ਸਥਾਪਨਾ ਕੀਤੀ। 1210 ਈਸਵੀ ਵਿੱਚ ਕੁਤਬ-ਉਦ-ਦੀਨ ਐਬਕ ਦੀ ਮੌਤ ਹੋ ਗਈ। 1210 ਵਿੱਚ ਰਾਜਗੱਦੀ ਉੱਤੇ ਇਲਤੁਤਮਸ ਬੈਠਿਆ। 1236 ਵਿੱਚ ਇਲਤੁਤਮਸ ਦੀ ਮੌਤ ਤੋਂ ਬਾਅਦ ਉਸ ਦੀ ਬੇਟੀ ਰਜੀਆ ਦਿੱਲੀ ਸਲਤਨਤ ਦੀ ਗੱਦੀ ਤੇ ਬੈਠੀ। ਉਹ ਪਹਿਲੀ ਔਰਤ ਸੀ ਜਿਸ ਨੇ ਦਿੱਲੀ ਦੀ ਸਲਤਨਤ ਤੇ ਰਾਜ ਕੀਤਾ। 1265 ਤੋਂ ਲੈ ਕੇ 1285 ਈਸਵੀ ਤੱਕ ਬਲਬਨ ਨੇ ਭਾਰਤ ਉੱਤੇ ਰਾਜ ਕੀਤਾ। 1290 ਵਿੱਚ ਖਿਲਜੀ ਵੰਸ਼ ਦੀ ਸਥਾਪਨਾ ਕੀਤੀ ਗਈ। 1296 ਤੋਂ ਲੈ ਕੇ 1316 ਤੱਕ ਅਲਾਉਦੀਨ ਖਿਲਜੀ ਦਾ ਰਾਜ ਸੀ। 1320 ਈਸਵੀ ਵਿੱਚ ਤੁਗਲਕ ਡਾਇਨੈਸਟੀ ਦੀ ਸਥਾਪਨਾ ਕੀਤੀ ਗਈ। 1325 ਤੋਂ ਲੈ ਕੇ 1351 ਤੱਕ ਮੁਹੰਮਦ ਬਿਨ ਤੁਗਲਕ ਦਾ ਰਾਜ ਸੀ। 1351 ਤੋਂ ਲੈ ਕੇ 1388 ਈਸਵੀ ਤੱਕ ਫਿਰੋਜ਼ ਸ਼ਾਹ ਤੁਗਲਕ ਨੇ ਰਾਜ ਕੀਤਾ। 1398 ਈਸਵੀ ਵਿੱਚ ਤੈਮੂਰ ਨੇ ਭਾਰਤ ਤੇ ਹਮਲਾ ਕੀਤਾ। 1452 ਤੋਂ ਲੈ ਕੇ 1526 ਈਸਵੀ ਤੱਕ ਲੋਧੀ ਵੰਸ਼ ਦਾ ਰਾਜ ਰਿਹਾ। 1440 ਤੋਂ 1518 ਤੱਕ ਕਬੀਰ ਸੰਤ ਜੀ ਦਾ ਜੀਵਨ ਕਾਲ ਸੀ। 1469 ਤੋਂ ਲੈ ਕੇ 1539 ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਕਾਲ ਸੀ। 1498 ਵਿੱਚ ਵਾਸਕੋ ਡ ਗਾਮਾ ਭਾਰਤ ਆਇਆ। 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ, ਜਿਸ ਵਿੱਚ ਲੋਧੀ ਵੰਸ਼ ਦਾ ਅੰਤ ਹੋ ਗਿਆ ਤੇ ਮੁਗਲ ਵੰਸ਼ ਦੀ ਸਥਾਪਨਾ ਕੀਤੀ ਗਈ। 1530 ਵਿੱਚ ਬਾਬਰ ਦੀ ਮੌਤ ਹੋ ਗਈ। 1539 ਵਿੱਚ ਸ਼ੇਰਸ਼ਾਹ ਸੂਰੀ ਨੇ ਹਮਾਯੂ ਨੂੰ ਹਰਾ ਦਿੱਤਾ। ਇਹ ਚੌਸਾ ਦਾ ਯੁੱਧ ਸੀ। 1545 ਵਿੱਚ ਸ਼ੇਰਸ਼ਾਹ ਸੂਰੀ ਦੀ ਮੌਤ ਹੋ ਗਈ। 1556 ਵਿੱਚ ਹਮਾਯੂ ਦੀ ਮੌਤ ਹੋ ਗਈ ਤੇ ਅਕਬਰ ਗੱਦੀ ਤੇ ਬੈਠਿਆ। 1556 ਵਿੱਚ ਪਾਣੀਪਤ ਦਾ ਦੂਸਰਾ ਯੁੱਧ ਹੋਇਆ। ਇਸ ਵਿੱਚ ਅਕਬਰ ਨੇ ਬੈਰਮ ਖਾਂ ਦੀ ਸਹਾਇਤਾ ਨਾਲ ਹੇਮੂ ਨੂੰ ਹਰਾ ਦਿੱਤਾ। 1605 ਵਿੱਚ ਅਕਬਰ ਦੀ ਮੌਤ ਹੋ ਗਈ ਤੇ ਉਹਨਾਂ ਦੀ ਥਾਂ ਤੇ ਜਹਾਂਗੀਰ ਰਾਜਗੱਦੀ ਤੇ ਬੈਠੇ। 1627 ਵਿੱਚ ਜਹਾਂਗੀਰ ਜੀ ਦੀ ਮੌਤ ਹੋ ਗਈ ਤੇ 1627 ਵਿੱਚ ਹੀ ਸ਼ਿਵਾਜੀ ਦਾ ਜਨਮ ਹੋਇਆ।
1628 ਈਸਵੀ ਵਿੱਚ ਸ਼ਾਹਜਹਾਨ ਨੂੰ ਬਾਦਸ਼ਾਹ ਘੋਸ਼ਿਤ ਕੀਤਾ ਗਿਆ। 1658 ਵਿੱਚ ਔਰੰਗਜ਼ੇਬ ਰਾਜਗੱਦੀ ਤੇ ਬੈਠਾ। 1680 ਵਿੱਚ ਸ਼ਿਵਾਜੀ ਦੀ ਮੌਤ ਹੋ ਗਈ। 1707 ਵਿੱਚ ਔਰੰਗਜ਼ੇਬ ਜੀ ਦੀ ਮੌਤ ਹੋ ਗਈ। 1707 ਤੋਂ ਲੈ ਕੇ 1712 ਤੱਕ ਬਹਾਦਰ ਸ਼ਾਹ ਨੇ ਰਾਜ ਕੀਤਾ। 1739 ਵਿੱਚ ਨਾਦਰ ਸ਼ਾਹ ਦਿੱਲੀ ਦੇ ਤਖਤ ਤੇ ਉਸਨੇ ਕਬਜ਼ਾ ਕਰ ਲਿਆ। 1744 ਤੋਂ ਲੈ ਕੇ 1748 ਤੱਕ ਪਹਿਲਾ ਕਰਨਾਟਕ ਯੁੱਧ ਹੋਇਆ। 1748 ਤੋਂ ਲੈ ਕੇ 1754 ਤੱਕ ਦੂਸਰਾ ਅੰਗਰੇਜ਼ਾਂ ਤੇ ਫਰਾਂਸੀਸੀਆਂ ਦੇ ਵਿਚਕਾਰ ਕਰਨਾਟਕ ਦਾ ਯੁੱਧ ਹੋਇਆ। 1757 ਤੋਂ ਲੈ ਕੇ 1763 ਤੱਕ ਤੀਸਰਾ ਅੰਗਰੇਜ਼ਾਂ ਤੇ ਫਰਾਂਸੀਸੀਆਂ ਵਿਚਕਾਰ ਯੁੱਧ ਹੋਇਆ। 1747 ਤੋਂ ਲੈ ਕੇ 1761 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਹਮਲੇ ਕੀਤੇ। 1757 ਵਿੱਚ ਬੈਟਲ ਆਫ ਪਲਾਸੀ ਹੋਈ। 1761 ਵਿੱਚ ਤੀਸਰੀ ਪਾਣੀਪਤ ਦਾ ਯੁੱਧ ਹੋਇਆ, ਜਿਸ ਵਿੱਚ ਮਰਾਠਿਆਂ ਦੀ ਹਾਰ ਹੋਈ ਤੇ ਅੰਗਰੇਜ਼ਾਂ ਦੇ ਲਈ ਭਾਰਤ ਵਿੱਚ ਆਪਣੇ ਰਾਜ ਦਾ ਪ੍ਰਸਾਰ ਕਰਨ ਦਾ ਮੌਕਾ ਮਿਲ ਗਿਆ। ਤੇ 1773 ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ। 1784 ਵਿੱਚ ਪਿਟਸ ਇੰਡੀਆ ਐਕਟ ਪਾਸ ਹੋਇਆ। 1799 ਵਿੱਚ ਟੀਪੂ ਸੁਲਤਾਨ ਜੀ ਦੀ ਮੌਤ ਹੋ ਗਈ। 1829 ਵਿੱਚ ਸਤੀ ਪ੍ਰਥਾ ਦਾ ਅੰਤ ਕੀਤਾ ਗਿਆ। 1839 ਵਿੱਚ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ। ਉਹ ਪੰਜਾਬ ਦੇ ਮਹਾਰਾਜੇ ਸਨ। 1845 ਤੋਂ ਲੈ ਕੇ 1846 ਤੱਕ ਦੂਸਰਾ ਸਿੱਖ ਯੁੱਧ ਚੱਲਿਆ। 1885 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ। 1906 ਵਿੱਚ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ। 1914 ਵਿੱਚ ਪਹਿਲਾ ਸੰਸਾਰ ਯੁੱਧ ਹੋਇਆ। ਅਪ੍ਰੈਲ 13, 1919 ਨੂੰ ਜਲਿਆਂਵਾਲੇ ਬਾਗ ਦੀ ਘਟਨਾ ਘਟੀ। 1927 ਨੂੰ ਸਾਈਮਨ ਕਮਿਸ਼ਨਰ ਭਾਰਤ ਆਇਆ। 1939 ਨੂੰ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। 1941 ਨੂੰ ਰਵਿੰਦਰਨਾਥ ਟੈਗੋਰ ਜੀ ਦੀ ਮੌਤ ਹੋ ਗਈ। ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ। ਅਗਸਤ 15, 1947 ਨੂੰ ਭਾਰਤ ਦਾ ਦੇਸ਼ ਆਜ਼ਾਦ ਹੋ ਗਿਆ। 31 ਜਨਵਰੀ 1948 ਨੂੰ ਮਹਾਤਮਾ ਗਾਂਧੀ ਜੀ ਦੀ ਮੌਤ ਹੋ ਗਈ। 26 ਨਵੰਬਰ 1949 ਨੂੰ ਭਾਰਤੀਆਂ ਵੱਲੋਂ ਸੰਵਿਧਾਨ ਨੂੰ ਅਡਾਪਟ ਕੀਤਾ ਗਿਆ। 26 ਜਨਵਰੀ 1950 ਨੂੰ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਸਿੰਧੂ ਘਾਟੀ ਦੀ ਸੱਭਿਅਤਾ ਦੀ ਖੋਜ 1921 ਵਿੱਚ ਕੀਤੀ ਗਈ। ਇਹ ਸਭ ਤੋਂ ਪਹਿਲਾਂ ਮਹਿੰਜੋਦਾੜੋ ਦੇ ਸਥਾਨ ਤੇ ਸ਼ੁਰੂ ਹੋਈ। ਮਹਿੰਜੋਦਾੜੋ ਸ਼ਬਦ ਦਾ ਅਰਥ ਹੈ ਮੌਤ ਦਾ ਟਿੱਲਾ। ਇਹ ਅੱਜ ਕੱਲ੍ਹ ਸਿੰਧ ਪਾਕਿਸਤਾਨ ਵਿੱਚ ਹੈ। ਸਿੰਧੂ ਘਾਟੀ ਦਾ ਜਿਹੜਾ ਸਮਾਂ ਸੀ 3250 ਈਸਾ ਪੂਰਵ ਤੋਂ ਲੈ ਕੇ 2750 ਈਸਾ ਪੂਰਵ ਤੱਕ ਸੀ। ਇਸ ਨਾਲ ਸੰਬੰਧ ਜਿਹੜੇ ਮੁੱਖ ਸਥਾਨਾਂ ਨੂੰ 250 ਤੋਂ ਵੱਧਾਂ ਦੀ ਖੋਜ ਹੋ ਚੁੱਕੀ ਹੈ। ਉਹਨਾਂ ਵਿੱਚੋਂ ਹੜੱਪਾ ਪਾਕਿਸਤਾਨ ਪੰਜਾਬ ਵਿੱਚ ਹੈ, ਲੋਥਲ ਗੁਜਰਾਤ ਵਿੱਚ ਹੈ, ਰੋਪੜ ਪੰਜਾਬ ਵਿੱਚ ਹੈ, ਕਾਲੀਬੰਗਾ ਰਾਜਸਥਾਨ ਵਿੱਚ ਹੈ, ਬਨਵਾਲੀ ਹਰਿਆਣਾ ਵਿੱਚ ਹੈ। ਗ੍ਰੇਟ ਬਾਥ ਐਟ ਮਹਿੰਜੋਦਾੜੋ ਜਿਹੜਾ ਕਿ ਬਹੁਤ ਸਾਰਾ ਵੱਡਾ ਨਹਾਉਣ ਦਾ ਇਸ਼ਨਾਨ ਕਰਨ ਲਈ ਬਣਾਇਆ ਹੋਇਆ ਸੀ, ਉਹ ਸਾਨੂੰ ਮਹਿੰਜੋਦਾੜੋ ਤੋਂ ਲੱਭਿਆ ਹੈ। ਤੇ ਜਿਹੜੇ ਵੇਦ ਹਨ ਉਹ 4 ਹਨ: ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵੇਦ। ਇਹਨਾਂ ਤੋਂ ਇਲਾਵਾ ਜਿਹੜੇ ਹੋਰ ਪੁਰਾਤਨ ਸਾਡੇ ਗ੍ਰੰਥ ਹਨ, ਉਪਨਿਸ਼ਦ ਹਨ। ਤੇ ਇਸ ਤੋਂ ਇਲਾਵਾ ਬ੍ਰਾਹਮਣ, ਇਹ ਵੀ ਕਿਤਾਬਾਂ ਦੇ ਨਾਂ ਹਨ ਜਿਸ ਵਿੱਚ ਸਾਨੂੰ ਉਸ ਸਮੇਂ ਦੀ ਸਮਾਜਿਕ ਤੇ ਰਾਜਨੀਤਿਕ ਰਹਿਣ ਸਹਿਣ ਬਾਰੇ ਸਾਨੂੰ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਆਰੀਅੰਕ ਜਿਹੜੀ ਕਿ ਜੰਗਲ ਨਾਲ ਸੰਬੰਧਿਤ ਬੁੱਕ ਹੈ। ਇਸ ਤੋਂ ਇਲਾਵਾ ਜਿਹੜੀ ਸਾਡੀ ਮਨੂ ਸਮ੍ਰਿਤੀ ਹੈ ਜਿਸ ਵਿੱਚ ਉਸ ਸਮੇਂ ਦੇ ਆਰੀਅਨ ਨਾਲ ਸੰਬੰਧਿਤ ਕਾਨੂੰਨ ਬਣਾਏ ਗਏ ਸਨ। ਤੇ 18 ਪੁਰਾਣ ਹਨ। ਉੱਤਰ ਵੈਦਿਕ ਕਾਲ ਵਿੱਚ ਇਹ ਜਾਣੀ ਕਿ ਵੈਦਿਕ ਕਾਲ ਸੀ। ਉਸ ਤੋਂ ਬਾਅਦ ਜਿਹੜਾ ਉੱਤਰ ਵੈਦਿਕ ਕਾਲ ਵਿੱਚ ਉਸ ਵਿੱਚ ਵੀ ਕਾਫੀ ਸਾਹਿਤ ਰਚਿਆ ਗਿਆ। ਇਹਨਾਂ ਵਿੱਚੋਂ ਜਿਹੜੇ ਕਾਫੀ ਸਾਰੇ ਨਵੇਂ ਸ਼ਹਿਰ ਵੀ ਖੋਜੇ ਗਏ ਤੇ ਉਹਨਾਂ ਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਉਹਨਾਂ ਵਿੱਚੋਂ ਜਿਸ ਤਰ੍ਹਾਂ
महाभारत एंड रामायण ऑफ वाल्मीकि आर टू मुख जिहड़े ग्रंथ सी उन्हां दी खोज हुई आ, उन्हां दी स्थापना की गई। इन्हां दा समा 400 ईसा पूर्व तो लैके 200 ईसा ईस्वी तक सी। जिहड़ा संगम सीगा, संगम काल इट टुगैदर विद द हड़प्पा ते जिहड़ा सीगा कल्चर सी ते आरीयन सिविलाइजेशन दे नाल संगम काल जो साउथ विच सीगा स्थापित होया सीगा। इस नूं द्रावड़ कल्चर भी कहा जाता है। प्राचीन भारत विच जिहड़ा आपां बहुत सारियां किताबां लिखियां, उहदे विच महावीर दा जन्म होया ते महावीर वर्धमान महावीर तो पहला 24 तीर्थंकार होए। तीर्थंकार दा मतलब पाथ फाइंडर, रब दा रास्ता लभण वाले। ते इन्हां तो इलावा जैनिज़म दा स्टार्टड एज ए पीरियड ऑफ अगेंस्ट जिहड़ा कि समाज दे विच उस समय दे ब्राह्मणवाद से उसके खिलाफ आवाज़ उठाई सी जैनिज़म ने। महावीर जैन ने इन्हां दा स्थापना की सी। ते उस तो बाद बुद्धा जी आए, उन्होंने भी बुद्ध धर्म की स्थापना की। इन्हां दे जिहड़ा काल सीगा वो 567 BC तो शुरू हुंदा है। बुद्धिज़म नूं 8 मार्गां ते चलण दा, अष्ट मार्ग चलण ते उन्होंने उपदेश दिता सी, जिस नूं मध्य मार्ग भी कहा जाता सी। ये 2 हिस्सियां विच वंड हो गया सी। जिहड़ा बुद्ध धर्म आ महायान ते हीनयान। महायान हुंदा वड्डा चक्कर ते हीनयान छोटा चक्कर। ते उस समय जिहड़े मेन राजे होए आ, मगध दा जिहड़ा राजकाल सी वो 600 BC तो लैके 400 BC तक सी, ईसा पूर्व तक। बिंबिसार पहला राजा सीगा नॉर्थ दा, जिसने राज तिलक 545 ईस्वी पूर्व विच होया। अजात शत्रु जिहड़ा कि बिंबिसार दा पुत्र सी, उसने भी राज किया। नंदा डायनेस्टी, नंद घराणे का भी राज सीगा। ते ये पहले रूलर सन। इन्हां दी जिहड़ी कैपिटल सीगी वो पाटली पुत्र सी। पाटली पुत्र जिहड़ी नंदा दी राजधानी का नाम है। अलैगजेंडर ने 326 ईसा पूर्व भारत ते हमला किया। कहा जाता है कि वो पंजाब के ब्यास दरिया तो मुड़ गए सन, क्योंकि उस समय ब्यास दरिया दे विच हड़ आया होया सी। इस तो बाद जिहड़े राजे होया मौर्यन नाल संबंधित चंद्रगुप्त मौर्य, बिंदुसर, अशोक द ग्रेट, ये मौर्यन राजे होए। चंद्रगुप्त मौर्य ने मौर्य साम्राज्य की स्थापना की सी। ते उस तो बाद उन्होंने बेटे बिंदुसर ने राज किया सी। उस तो बाद अशोक ने, कहा जाता है कि अशोक ने कलिंगा के युद्ध तो बाद युद्ध कांड की नीति का त्याग दिता सी। 261 ईसा पूर्व विच कलिंगा का युद्ध होया सीगा। गुप्त डायनेस्टी, उस तो बाद मौर्य वंश तो बाद गुप्त काल सी, जिसनूं भारत का सुनहरी काल भी कहा जाता है। उस बाद भारत तो ज़्यादा समय तक राजपूतां ने राज किया। इन्हां दा राज 550 ईस्वी तो लैके 1200 ईस्वी तक सी। मध्यकाल में दिल्ली उत्ते गुलाम वंश का राज रहा। गुलाम वंश की स्थापना जिहड़ी वो 1206 तो लैके 1290 तक रही। इसकी स्थापना कुतुब उद्दीन ऐबक ने की। उस तो बाद इल्तुतमिश का राज रहा। उस तो बाद जिहड़ा उन्हां दा राज सी 1210 तो लैके 1236 तक। 1236 विच रजिया सुल्तान दा जिहड़ी पहली मुस्लिम औरत सी जिसने दिल्ली की सल्तनत ते राज किया 1236 तो लैके 1239 तक। गुलाम वंश का जिहड़ा आखिरी राजा सी उसका नाम सी नासिर उद्दीन मुहम्मद। उसका नाम सी भी नासिर उद्दीन मुहम्मद। ते 1246 तो लैके उसने 1266 तक राज किया। खिलजी वंश की जिहड़ी स्थापना हुई है वो 1290 तो लैके 1320 विच कीती गई है। इसकी स्थापना सुल्तान जलाल उद्दीन खिलजी ने की सी।
ਤੇ ਖਿਲਜੀ ਵੰਸ਼ ਦਾ ਸਭ ਤੋਂ ਜਿਹੜਾ ਮਹੱਤਵਪੂਰਨ ਰਾਜਾ ਜਾਂ ਜਿਸ ਦੀ ਜ਼ਿਆਦਾ ਚਰਚਾ ਚੱਲਦੀ ਹੈ ਉਹਨਾਂ ਦਾ ਨਾਮ ਸੀ ਅਲਾਉਦੀਨ ਖਿਲਜੀ ਸੀਗਾ। ਉਹ ਪਹਿਲੇ ਰਾਜੇ ਦੇ ਜਿਹੜੇ ਫਾਊਂਡਰ ਸੀ ਉਸ ਦਾ ਭਤੀਜਾ ਸੀਗਾ। ਉਸਨੇ ਹੂ ਹੀ ਕਿਲਡ, ਜਿਸ ਨੂੰ ਉਸਨੇ ਮਾਰ ਦਿੱਤਾ ਸੀ। ਇਸ ਡਾਇਨੈਸਟੀ ਜਿਹੜਾ ਲਾਸਟ ਰਾਜਾ ਸੀ ਉਸ ਦਾ ਨਾਮ ਖੁਸਰੋ ਸੀ। ਲੋਧੀ ਵੰਸ਼ ਨੇ ਜਿਹੜਾ ਰਾਜ ਕੀਤਾ ਦਿੱਲੀ ਸਲਤਨਤ ਉੱਤੇ 1451 ਤੋਂ ਲੈ ਕੇ 1526 ਤੱਕ। ਉਹ ਅਫਗਾਨ ਸਰਦਾਰ ਜਿਸ ਦਾ ਬਹਿਲੋਲ ਲੋਧੀ ਸੀ ਉਸਨੇ ਇਸ ਦਾ ਸਥਾਪਨਾ ਕੀਤੀ। ਉਸ ਤੋਂ ਬਾਅਦ ਸਿਕੰਦਰ ਲੋਧੀ ਹੋਇਆ ਤੇ ਉਸ ਤੋਂ ਬਾਅਦ ਇਬਰਾਹਿਮ ਲੋਧੀ ਹੋਇਆ। ਇਬਰਾਹਿਮ ਲੋਧੀ ਨੂੰ 1526 ਦੀ ਪਾਣੀਪਤ ਦੀ ਲੜਾਈ ਦੇ ਵਿੱਚ ਬਾਬਰ ਨੇ ਹਰਾ ਦਿੱਤਾ ਸੀਗਾ। ਜਿਹੜਾ ਉਸ ਤੋਂ ਬਾਅਦ ਜੀ ਮੁਗਲ ਵੰਸ਼ ਦੀ ਰਾਜ ਸਥਾਪਨਾ ਹੋਈ। ਇਹ ਬਹੁਤ ਵਾਰ ਪ੍ਰਸ਼ਨ ਆ ਜਾਂਦਾ ਕਿ ਇਸ ਨੂੰ ਸੀਕੁਐਂਸ ਬਾਜ਼ ਲਿਖੋ, ਜਿੱਦਾਂ ਸਭ ਤੋਂ ਪਹਿਲਾਂ ਸਲੇਬ ਡਾਇਨੈਸਟੀ ਹੋਈ, ਫਿਰ ਖਿਲਜੀ ਹੋਈ, ਫਿਰ ਤੁਗਲਕ ਹੋਈ, ਫਿਰ ਲੋਧੀ ਵੰਸ਼ ਹੋਇਆ। ਉਸ ਤੋਂ ਬਾਅਦ ਆਇਆ ਮੁਗਲ ਵੰਸ਼। ਮੁਗਲ ਵੰਸ਼ ਦਾ ਜਿਹੜਾ ਪਹਿਲਾ ਰਾਜਾ ਸੀ ਉਹ ਬਾਬਰ ਜੀ ਸਨ। ਉਹਨਾਂ ਦਾ ਜਨਮ 1526 ਤੋਂ ਲੈ ਕੇ 1530 ਸੀ। ਦੂਸਰੇ ਸਮੇਂ ਤੇ ਹਮਾਯੂ ਸੀ, ਜਿਨ੍ਹਾਂ ਦਾ ਰਾਜ ਦਾ ਸਮਾਂ ਸੀ 1530 ਤੋਂ ਲੈ ਕੇ 1540 ਤੱਕ। ਅਕਬਰ 1556 ਤੋਂ 1605 ਤੱਕ ਉਹਨਾਂ ਨੇ ਰਾਜ ਕੀਤਾ। ਜਹਾਂਗੀਰ ਨੇ 1605 ਤੋਂ ਲੈ ਕੇ 1627 ਤੱਕ। ਸ਼ਾਹਜਹਾਂ ਨੇ 1627 ਤੋਂ ਲੈ ਕੇ 1658 ਤੱਕ। ਔਰੰਗਜ਼ੇਬ ਨੇ 1658 ਤੋਂ ਲੈ ਕੇ 1707 ਤੱਕ ਰਾਜ ਕੀਤਾ ਸੀਗਾ। ਤੇ ਇਸ ਤੋਂ ਬਾਅਦ ਬਹਾਦਰ ਸ਼ਾਹ ਜ਼ਫਰ ਦਾ ਜਿਹੜਾ ਰਾਜ ਸਮਾਂ ਸੀਗਾ, ਰਾਜਕਾਲ ਦਾ ਸਮਾਂ ਸੀ, ਉਹ 1838 ਤੋਂ ਲੈ ਕੇ 1858 ਤੱਕ ਸੀ। ਉਹਨਾਂ ਦੀ ਮੌਤ ਰੰਗੂਨ ਵਿੱਚ ਹੋ ਗਈ ਸੀ। ਉਹ ਆਖਰੀ ਰਾਜੇ ਸਨ ਤੇ ਉਹ ਉਰਦੂ ਦੇ ਕਾਫੀ ਪ੍ਰਸਿੱਧ ਪੋਇਟ ਸਨ। ਤੇ ਇਹਨਾਂ ਰਾਜਿਆਂ ਦੀ ਜਿਹੜੀ ਮਕਬਰੇ ਹਨ ਉਹ ਇਸ ਪ੍ਰਕਾਰ ਹਨ। ਬਾਬਰ ਦਾ ਜਿਹੜਾ ਮਕਬਰਾ ਹੈ ਉਹ ਭਾਰਤ ਤੋਂ ਬਾਹਰ ਹੈ, ਕਾਬਲ 'ਚ ਆ। ਹਮਾਯੂ ਦਾ ਦਿੱਲੀ 'ਚ ਆ। ਅਕਬਰ ਦਾ ਸਿਕੰਦਰਾਬਾਦ ਆ। ਜਹਾਂਗੀਰ ਦਾ ਲਾਹੌਰ 'ਚ ਆ। ਸ਼ਾਹਜਹਾਂ ਦਾ ਆਗਰਾ 'ਚ ਆ ਤੇ ਔਰੰਗਜ਼ੇਬ ਦਾ ਔਰੰਗਾਬਾਦ ਆ। ਤੇ ਜਿਹੜਾ ਬਹਾਦਰ ਸ਼ਾਹ ਜ਼ਫਰ ਆ ਉਹਨਾਂ ਦਾ ਰੰਗੂਨ 'ਚ ਆ। ਰੰਗੂਨ ਅੱਜ ਕੱਲ੍ਹ ਬਰਮਾ 'ਚ ਆ। ਇਹ ਵੀ ਧਿਆਨ ਦੇਣ ਵਾਲੀ ਗੱਲ ਆ ਕਿ ਬਹਾਦਰ ਸ਼ਾਹ ਜ਼ਫਰ ਦਾ ਵੀ ਬਾਹਰ ਹੀ ਮਕਬਰਾ ਹੈ ਤੇ ਜਹਾਂਗੀਰ ਦਾ ਲਾਹੌਰ 'ਚ ਹੈ ਤੇ ਜਿਹੜਾ ਬਾਬਰ ਹੈ ਉਹਨਾਂ ਦੀ ਮਕਬਰਾ ਕਾਬਲ ਵਿੱਚ ਹੈ। ਜਿਹੜੀਆਂ ਪੰਜਾਬ ਜਾਂ ਪਾਣੀਪਤ ਦੀਆਂ ਜਿਹੜੀਆਂ 3 ਮਹੱਤਵਪੂਰਨ ਲੜਾਈਆਂ ਲੜੀਆਂ ਗਈਆਂ ਉਹ ਪੰਜਾਬ ਵਿੱਚ ਲੜੀਆਂ ਗਈਆਂ। ਉਹਨਾਂ ਵਿੱਚੋਂ ਜਿਹੜੀ ਪਹਿਲੀ ਪਾਣੀਪਤ ਦੀ ਲੜਾਈ ਸੀਗੀ, ਕਹਿਣ ਦਾ ਮਤਲਬ ਕਿ ਜਿਹੜੀਆਂ 3 ਪਾਣੀਪਤੀਆਂ ਲੜਾਈਆਂ ਹੋਈਆਂ ਹਨ ਇਹਨਾਂ ਨੇ ਕਈ ਵੰਸ਼ ਖਤਮ ਕੀਤੇ ਤੇ ਨਵੇਂ ਵੰਸ਼ਾਂ ਦੀ ਸਥਾਪਨਾ ਕੀਤੀ। ਪਹਿਲੇ ਪਾਣੀਪਤ ਦੀ ਜਿਹੜੀ ਲੜਾਈ ਸੀ ਉਹ ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ ਹੋਈ ਸੀ। ਇਸ ਦੇ ਨਾਲ ਲੋਧੀ ਵੰਸ਼ ਦਾ ਅੰਤ ਹੋ ਗਿਆ ਸੀ ਤੇ ਮੁਗਲ ਵੰਸ਼ ਦੀ ਸਥਾਪਨਾ ਕੀਤੀ ਗਈ ਸੀ 1526 'ਚ। ਇਹ ਬਹੁਤ ਵਾਰ ਪ੍ਰਸ਼ਨ ਆਉਂਦਾ ਕਿ ਕਿਹੜਾ ਵੰਸ਼ ਖਤਮ ਹੋਇਆ, ਲੋਧੀ ਵੰਸ਼ ਖਤਮ ਹੋਇਆ, ਕਿਹੜੇ ਵੰਸ਼ ਦੀ ਸਥਾਪਨਾ ਹੋਈ, ਮੁਗਲ ਵੰਸ਼ ਦੀ ਸਥਾਪਨਾ ਹੋਈ, ਕਦੋਂ ਹੋਈ? 1526 ਵਿੱਚ। ਪਾਣੀਪਤ ਦੀ ਕਿੰਨਵੀਂ ਲੜਾਈ ਸੀ? ਪਹਿਲੀ ਲੜਾਈ ਸੀ। ਇਸ ਤਰ੍ਹਾਂ ਪ੍ਰਸ਼ਨ ਘੁਮਾ ਫਿਰਾ ਕੇ ਪੁੱਛੇ ਜਾਂਦੇ ਹਨ। ਤੇ ਪਾਣੀਪਤ ਦੀ ਜਿਹੜੀ ਦੂਸਰੀ ਲੜਾਈ ਸੀ ਜੀ ਉਹ 1556 ਵਿੱਚ ਹੋਈ। ਅਕਬਰ ਨੇ ਦੁਬਾਰਾ ਤੋਂ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਗਈ ਕਿਉਂਕਿ ਜਿਹੜਾ ਹਮਾਯੂ ਸੀ ਉਹ ਸ਼ੇਰਸ਼ਾਹ ਸੂਰੀ ਤੋਂ ਹਾਰ ਗਿਆ ਸੀ ਤੇ 1540 ਵਿੱਚ ਉਸਨੇ ਆਪਣਾ ਜਿਹੜਾ ਸਲਤਨਤ ਖੋਹ ਦਿੱਤੀ ਸੀ। ਤੇ ਅਕਬਰ ਨੇ ਬੈਰਮ ਖਾਂ ਦੀ ਮਦਦ ਨਾਲ ਮੁੜ ਤੋਂ ਜਿਹੜਾ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ। ਉਹਨਾਂ ਨੇ ਹੇਮੂ ਨੂੰ ਹਰਾਇਆ ਸੀ। ਹੇਮੂ ਇੱਕ ਹਿੰਦੂ ਰਾਜਾ ਸੀ ਤੇ ਹਿੰਦੂ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਪਰੰਤੂ ਅਕਬਰ ਅਤੇ ਬੈਰਮ ਖਾਂ ਦੀ ਸ਼ਕਤੀ ਦੇ ਅੱਗੇ ਉਹ ਟਿਕ ਨਾ ਪਾਇਆ। ਉਸ ਤੋਂ ਬਾਅਦ ਤੀਸਰੀ ਜਿਹੜੀ ਪਾਣੀਪਤ ਦੀ ਲੜਾਈ ਹੋਈ ਆ ਉਹ 1761 ਈਸਵੀ ਵਿੱਚ ਹੋਈ ਆ। ਇਹ ਲੜਾਈ ਮਰਾਠਿਆਂ ਤੇ ਅਫਗਾਨਾਂ ਦੇ ਵਿਚਕਾਰ ਹੋਈ। ਅਹਿਮਦ ਸ਼ਾਹ ਅਬਦਾਲੀ ਨੇ ਜਿਹੜਾ ਅਫਗਾਨ ਦਾ ਰਾਜਾ ਸੀ ਉਸਨੇ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਤੇ 8 ਹਮਲੇ ਕੀਤੇ। ਇਹਨਾਂ 8 ਹਮਲਿਆਂ ਦਾ ਅਹਿਮਦ ਸ਼ਾਹ ਅਬਦਾਲੀ ਨੂੰ ਕੋਈ ਖਾਸ ਲਾਭ ਨਹੀਂ ਹੋਇਆ। ਉਹ ਬਾਰ-ਬਾਰ ਹਮਲੇ ਕਰਦਾ ਸੀ। ਇਸ ਹਮਲੇ ਨੇ ਉਸਨੇ ਮੁਗਲ ਸਾਮਰਾਜ ਨੂੰ ਕਮਜ਼ੋਰ ਕਰ ਦਿੱਤਾ ਤੇ ਮਰਾਠਿਆਂ ਨੂੰ ਉਸਨੇ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਸਿੱਖਾਂ ਨੂੰ ਉਸ ਦੇ 8 ਹਮਲਿਆਂ ਦਾ ਕਾਫੀ ਲਾਭ ਹੋਇਆ।
क्योंकि पंजाब के अंदर जिहड़ा शक्ति संतुलन खत्म हो चुका सी, एक खला पैदा हो चुका सी जिसनूं सिखां ने भर दिता ते उन्होंने 11 मिसरां की स्थापना कर लई। इस तो इलावा असीं हुण जिहड़े भारत दे विच इंपॉर्टेंट युद्ध होया उन्हां बारे देखांगे। जिहड़ा कलिंगा का युद्ध होया 261 ईसा पूर्व विच होया। सिकंदर ने भारत ते हमला 326 ईसा पूर्व विच कीता ते तराइन का पहला युद्ध 1191 विच, तराइन का दूसरा युद्ध 1192 विच। तैमूर लंगा ने भारत के उत्ते जिहड़ा हमला कीता सी, लंगा तां कहंदे सी, लंग मार के तुरदा सी। तैमूर लंगा ने 1398 च भारत ते हमला किया। पानीपत की पहली लड़ाई 1526, दूसरी लड़ाई 1556 ते हल्दी घाटी का जिहड़ा युद्ध होया जी वो 1576 च होया। पानीपत की प्लासी की लड़ाई जिहड़ी होई आ ते वो 1757 विच ते तीसरा पानीपत का युद्ध 1761 विच, जिहड़ा अपने वड्डा घल्लूघारा होया 1762 विच ते बैटल ऑफ बक्सर जिहड़ी होई आ 1764 च। वाटरलू का युद्ध जिहदे विच नपोलीयन हार गया सीगा 1845 च। पहला सिख ते अंग्रेज़ों के विचकार जिहड़ा युद्ध होया 1848 च। दूसरा सिख एंगलो वार जिहड़ा 1854 च। क्रीमिया का युद्ध 1857 च ते भारत की जिहड़ी पहला इंडिपेंडेंस जिहड़ा युद्ध होया भारत की आज़ादी का 1757 का विद्रोह सीगा। संसार की पहली जंग 1914 च। संसार की दूसरी जंग जिहड़ी शुरू हुई सी वो 1939 च हुई सी। जिहड़ी संसार की पहली जंग 1914 च शुरू हुई सी ते 1918 च खत्म हो गई सी ते संसार की दूसरी जिहड़ी जंग हुई सी वो 1939 तो लैके 1945 विच खत्म हो गई सी। खाड़ी का जिहड़ा युद्ध होया सी 1991 च होया सी ते कारगिल का जिहड़ा युद्ध होया सी 1999 च होया सी। तालिबान जिहड़ा युद्ध होया 2001 विच होया सीगा। ईसा मसीह का जन्म जिहड़ा होया सी 4 ईसा पूर्व विच होया। बौद्ध धर्म की स्थापना 567 ईसा पूर्व विच हुई। 1469 में श्री गुरु नानक देव जी का जन्म होया। कोलंबस भारत अमेरिका की जिहड़ी खोज की सी उन्होंने 1992 विच कीती। वास्को ड गामा ने भारत की खोज 1498 विच कीती। जिहड़ा फतेहपुर सीकरी की स्थापना 1571 विच कीती। ईस्ट इंडिया कंपनी भारत विच कदों आई भी 1600 विच आई। खालसा पंथ की स्थापना 1699। महाराजा रणजीत सिंह का जिहड़ा जन्म होया 1780 च होया। अमृतसर की जिहड़ी संधि अंग्रेज़ों ते सिखां दे विचकार हुई 1809 की संधि हुई ते महाराजा रणजीत सिंह की जिहड़ी मौत हुई 1839 विच हुई। जिहड़ा पहला इंडियन रेलवे स्टार्ट की 1853 च। कांग्रेस की स्थापना 1885 विच। बंगाल की जिहड़ी वंड हुई वो 1905 विच हुई। मुस्लिम लीग की स्थापना 1906 विच हुई। होम रूल की स्थापना जिहड़ी आ वो 1916 नूं। जलियांवाले बाग की जिहड़ी घटना हुई आ 1919 नूं। नॉन कोऑपरेशन मूवमेंट 1920 नूं ते साइमन कमीशन भारत कदों आया 1928 च। गांधी एरबन पैक्ट जिहड़ा समझौता होया जी वो 1931 नूं होया। भारत छड्डो अंदोलन जिहड़ा 1942 में शुरू होया। भारत का जिहड़ा संविधान आ वो 1950 विच लागू किया गया। ताशकंद एग्रीमेंट जिहड़ा होया 1966 च होया। नील आर्मस्ट्रॉन्ग ने चंद उत्ते 1969 विच पैर रखिया। बंगलादेश 1971 विच बनिया। इसनूं पाकिस्तान तो अलग कराया गया भारतीय आर्मी वालों ते उस समय भारत की सेना की जिहड़ी अगवाई कर रहे सन वो सरदार जगजीत सिंह अरोड़ा जी कर रहे सन। उसने पाकिस्तान के 90,000 सैनिकों नूं कैद कर लिया सी, जो कि एक रिकॉर्ड है। शिमला एग्रीमेंट 1972 विच होया। नैशनल एमरजेंसी डिक्लेयर्ड जिहड़ी
ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੁਆਰਾ 1975 ਵਿੱਚ। ਇੰਦਰਾ ਗਾਂਧੀ ਜੀ ਦੀ ਹੱਤਿਆ ਕੀਤੀ ਗਈ 1984 'ਚ। ਸਾਰਕ ਦੀ ਜਿਹੜੀ ਸਥਾਪਨਾ ਕੀਤੀ ਗਈ ਆ ਉਹ 1985 'ਚ ਕੀਤੀ ਗਈ ਆ ਤੇ ਬਾਬਰੀ ਮਸਜਿਦ ਨੂੰ 1992 ਵਿੱਚ ਢਾਇਆ ਗਿਆ। ਮਹਾਰਾਸ਼ਟਰ ਵਿੱਚ 1993 ਵਿੱਚ ਇੱਕ ਭਿਆਨਕ ਭੂਚਾਲ ਆਇਆ ਸੀਗਾ ਤੇ 2001 ਵਿੱਚ ਗੁਜਰਾਤ ਵਿੱਚ ਭਿਆਨਕ ਭੂਚਾਲ ਆਇਆ ਸੀ। ਧੰਨਵਾਦ, ਸ਼ੁਕਰੀਆ। ਇਸੇ ਤਰ੍ਹਾਂ ਜਾਣਕਾਰੀ ਆਪਾਂ ਲੈ ਕੇ ਆਉਂਦਾ ਰਹਾਂਗੇ। ਸਾਡੇ GK ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਇਹ ਪ੍ਰਸ਼ਨ ਤੁਹਾਡੇ UGC ਤੇ ਹੋਰ ਬਹੁਤ ਸਾਰੇ ਐਗਜ਼ਾਮ ਵਿੱਚ ਕੰਮ ਆ ਸਕਦੇ ਹਨ। ਇਹਨਾਂ ਨੂੰ ਤੁਸੀਂ ਲਗਾਤਾਰ ਸੁਣ ਸਕਦੇ ਹੋ, ਕੰਮ ਕਰਦੇ ਕਰਦੇ ਇਹਨਾਂ ਨੂੰ ਪੜ੍ਹ ਸਕਦੇ ਹੋ। ਧੰਨਵਾਦ, ਸ਼ੁਕਰੀਆ।